सत श्री अकाल, नमस्ते जी आया ਨੂੰ ਬੱਚਿਓ। स्वागत है ਤੁਹਾਡਾ ਇੱਕ ਵਾਰ ਫਿਰ ਮੇਰੇ ਚੈਨਲ ਪੰਜਾਬੀ ਲਰਨਿੰਗ ਵਿਦ ਮੋਹਿਤਾ ਵਿੱਚ। ਸੋ ਅੱਜ ਦੀ ਰੈਡੀ ਵਿੱਚ ਅਸੀਂ ਅਗਲਾ ਪਾਠ ਕਰਨ ਜਾ ਰਹੇ ਹਾਂ। 11th ਕਲਾਸ ਦਾ ਹੈ। ਇੱਕ ਕਹਾਣੀ ਹੈ ਜਿਸ ਦਾ ਨਾਮ ਹੈ ਮੰਗੋ ਔਰ ਲਿਖੀ ਕਿਸ ਦੀ ਹੋਈ ਹੈ ਸੰਤੋਖ ਸਿੰਘ ਧੀਰ ਦੀ। ਕਹਾਣੀ ਦਾ ਨਾਮ ਹੈ ਮੰਗੋ, ਲਿਖੀ ਕਿਸ ਦੀ ਹੋਈ ਹੈ ਸੰਤੋਖ ਸਿੰਘ ਧੀਰ ਦੀ। ਸੋ ਇਸ ਕਹਾਣੀ ਦੇ ਜਿਹੜੇ ਮੁੱਖ ਪਾਤਰ ਹਨ ਇੱਕ ਵਾਰ ਉਹਨਾਂ ਬਾਰੇ ਦੱਸ ਦਵਾਂ। ਇੱਕ ਤਾਂ ਹੈ ਮੰਗੋ ਅਤੇ ਦੂਸਰੀ ਹੈ ਸੋਮਾ। ਇਹ ਪਸ਼ੂ ਪਾਤਰ ਹਨ, यानी कि ये दो गावां हैं, गायें हैं, मंगो ਅਤੇ ਸੋਮਾ। ਉਸ ਤੋਂ ਬਾਅਦ ਇੱਕ ਹੁਕਮਾ ਹੈ ਜੋ ਕਿ ਇਹਨਾਂ ਦਾ ਮਾਲਿਕ ਹੈ ਔਰ ਉਸ ਦੀ ਪਤਨੀ ਹੈ ਚਿੰਤੋ, ਜਿਹੜੇ ਕਿ ਮੁੱਖ ਪਾਤਰ ਆਣਗੇ। ਸੋ ਇਸ ਕਹਾਣੀ ਦਾ ਜਿਹੜਾ ਮੁੱਖ ਵਿਸ਼ਾ ਹੈ ਉਹ ਹੈ ਕਿ ਪਸ਼ੂਆਂ ਦੇ ਜਜ਼ਬਾਤ, ਉਹਨਾਂ ਦੇ ਹਾਵ ਭਾਵ ਕਿਸ ਤਰ੍ਹਾਂ ਹੁੰਦੇ ਹਨ। ਉਹ ਬੋਲ ਨਹੀਂ ਸਕਦੇ ਲੇਕਿਨ ਉਹ ਮਹਿਸੂਸ ਕਰ ਸਕਦੇ ਹਨ। ਉਹ ਆਪਣੇ ਹਾਵ ਭਾਵਾਂ ਦੇ ਰਾਹੀਂ ਆਪਣੇ ਜਜ਼ਬਾਤ ਦੱਸ ਸਕਦੇ ਹਨ। ਉਸ ਬਾਰੇ ਇਸ ਕਹਾਣੀ ਵਿੱਚ ਮੰਗੋ ਕਹਾਣੀ ਵਿੱਚ ਦੱਸਿਆ ਗਿਆ ਹੈ। ਸੋ ਜਿਹੜਾ ਹੁਕਮਾ ਵਿਅਕਤੀ ਹੈ ਉਸਦੀ ਇੱਕ ਪਤਨੀ ਹੈ ਚਿੰਤੋ, ਇੱਕ ਉਸਦਾ ਬੇਟਾ ਹੈ, ਬੇਟੀ ਹੈ। ਠੀਕ ਹੈ। ਹੁਕਮੇ ਦੇ ਘਰ ਪਹਿਲਾਂ ਹੀ ਇੱਕ ਗਾਂ ਹੈ ਜਿਸ ਦਾ ਨਾਮ ਹੈ ਮੰਗੋ। ਠੀਕ ਹੈ। ਉਸ ਜਿਹੜੀ ਉਹ ਗਾਂ ਹੈ ਮੰਗੋ, ਉਸ ਨੂੰ ਸਾਰਾ ਪਰਿਵਾਰ ਹੀ ਪਹਿਲਾਂ ਬਹੁਤ ਪਿਆਰ ਕਰਦਾ ਵੀ ਹੈ। ਤੇ ਜਦੋਂ ਉਹ ਦੁੱਧ ਦੇਣੋਂ ਥੋੜਾ ਨੱਠਣ ਲੱਗੀ ਜਾਂ ਘੱਟ ਹੋ ਗਿਆ ਦੁੱਧ ਤੇ ਪਰਿਵਾਰ ਨੂੰ ਲੋੜ ਪਈ ਕਿ ਸਾਨੂੰ ਇੱਕ ਗਾਂ ਦੀ ਹੋਰ ਲੋੜ ਹੈ, ਤਾਂ ਉਹਨਾਂ ਇੱਕ ਨਵੀਂ ਗਾਂ ਲੈ ਆਂਦੀ ਘਰ ਵਿੱਚ। ਹੁਕਮਾ ਇੱਕ ਨਵੀਂ ਗਾਂ ਖਰੀਦ ਕੇ ਲੈ ਆਇਆ ਜਿਸ ਦਾ ਕਿ ਨਾਮ ਸੀ ਸੋਮਾ। ਸਾਰਾ ਪਰਿਵਾਰ ਹੀ ਨਵੀਂ ਗਾਂ ਨੂੰ ਵੇਖ ਕੇ ਬਹੁਤ ਖੁਸ਼ ਹੋਇਆ। ਸਾਰੇ ਪਰਿਵਾਰ ਨੇ ਗਾਂ ਦਾ, ਜਿਸ ਨਵੀਂ ਗਾਂ ਘਰ ਆਈ ਉਹਨਾਂ ਦਾ ਬਹੁਤ ਸਵਾਗਤ ਕੀਤਾ। ਹੁਕਮੇ ਦੀ ਪਤਨੀ ਨੇ ਨਵੀਂ ਗਾਂ ਦੇ ਅੱਗੇ ਇੱਕ ਤਸਲੇ ਵਿੱਚ ਗੁੜ, ਚਨੇ ਅਤੇ ਇੱਕ ਚਾਂਦੀ ਦਾ ਰੁਪਇਆ ਰੱਖ ਕੇ ਉਸ ਦਾ ਸਵਾਗਤ ਕੀਤਾ। ਇਹ ਸਭ ਦੇਖ ਕੇ ਜਿਹੜੀ ਸੋਮਾ ਗਾਂ ਹੈ, ਜਿਹੜੀ ਸੋਮਾ ਗਾਂ ਤੇ ਖੁਸ਼ ਹੋਈ ਦੇਖ ਕੇ, ਲੇਕਿਨ ਉਹਨਾਂ ਦੇ ਘਰ ਜਿਹੜੀ ਪਹਿਲਾਂ ਮੰਗੋ ਗਾਂ ਹੈ ਉਸ ਨੂੰ ਵੇਖ ਕੇ ਬੜੀ ਈਰਖਾ ਜਾਂ ਬੜੀ ਜਲਨ ਹੋਈ ਕਿ ਨਵੀਂ ਗਾਂ ਘਰ ਵਿੱਚ ਕਿਉਂ ਲੈ ਆਂਦੀ ਆ। ਮੈਂ ਇਸ ਘਰ ਦੀ ਮਾਲਕਿਨ ਹਾਂ, ਮੇਰੇ ਹੁੰਦਿਆਂ ਨਵੀਂ ਗਾਂ ਜਿਸ ਤਰ੍ਹਾਂ ਇਸ ਘਰ ਵਿੱਚ ਕਿਉਂ ਆ ਗਈ ਹੈ, ਕਿਉਂ ਇਸ ਦਾ ਇੰਨਾ ਸਵਾਗਤ ਕੀਤਾ ਜਾ ਰਿਹਾ ਹੈ। ਪਰ ਜਿਹੜੀ ਸੋਮਾ ਗਾਂ ਸੀ ਉਹ ਬੜੀ ਸ਼ਾਂਤ ਸੁਭਾਅ ਦੀ ਲੱਗ ਰਹੀ ਸੀ। ਉਸਨੇ ਸਭ ਕੁਝ ਵੇਖ ਕੇ ਕਿ ਪਰਿਵਾਰ ਇੰਨਾ ਖੁਸ਼ ਵੀ ਹੈ ਪਰ ਉਸ ਚੁੱਪਚਾਪ ਸ਼ਾਂਤ ਇੱਕ ਪਾਸੇ ਜਿਸ ਤਰ੍ਹਾਂ ਖੜੀ ਹੋਈ ਸੀ। ਫਿਰ ਜਿਹੜੀ ਕਿ ਸੋਮਾ ਨਵੀਂ ਗਾਂ ਲੈ ਕੇ ਆਈ ਸੀ ਉਹ ਮਾਂ ਬਣਨ ਵਾਲੀ ਸੀ। ਕੁਝ ਸਮਾਂ ਰਹਿ ਗਿਆ ਸੀ ਉਸਦੇ ਮਾਂ ਬਣਨ ਵਿੱਚ। ਤਾਂ ਉਸ ਘਰ ਆਈ। ਜਿਸ ਤਰ੍ਹਾਂ ਇੱਕ ਇਨਸਾਨ ਨੂੰ ਅਗਰ ਕੋਈ ਔਰਤ ਮਾਂ ਬਣਨ ਵਾਲੀ, ਉਹਨੂੰ ਚੰਗੀ ਖੁਰਾਕ ਦਿੱਤੀ ਜਾਂਦੀ, ਉਸੇ ਤਰ੍ਹਾਂ ਪਸ਼ੂਆਂ ਨੂੰ ਵੀ ਦਿੱਤੀ ਜਾਂਦੀ ਹੈ। ਜਿਹੜੀ ਸੋਮਾ ਗਾਂ ਹੈ ਉਹ ਮਾਂ ਬਣਨ ਵਾਲੀ ਹੈ ਤਾਂ ਉਸਨੂੰ ਹੁਕਮੇ ਦੀ ਜਿਹੜੀ ਪਤਨੀ ਹੈ ਉਸਨੂੰ ਇੱਕ 4-5 ਚੀਜ਼ਾਂ ਮਿਲਾ ਕੇ ਇੱਕ ਪੇੜੀ ਜੀ ਬਣਾ ਕੇ ਦਿੰਦੀ ਹੈ ਖਾਣ ਵਾਸਤੇ। ਇਹ ਵੇਖ ਕੇ ਵੀ ਜਿਹੜੀ ਮੰਗੋ ਹੈ ਉਸਨੂੰ ਬੜੀ ਜਲਨ ਤੇ ਈਰਖਾ ਆਉਂਦੀ ਕਿ ਮੈਨੂੰ ਕਿਉਂ ਨਹੀਂ ਦਿੱਤੀ, ਇਹਨੂੰ ਕਿਉਂ ਦੇ ਦਿੱਤੀ। ਮੈਂ ਤੁਹਾਨੂੰ ਪਹਿਲਾਂ ਹੀ ਕਹਾਣੀ ਦੀ ਸ਼ੁਰੂਆਤ 'ਚ ਦੱਸਿਆ ਨਾ ਕਿ ਇਨਸਾਨਾਂ ਵਾਂਗ ਪਸ਼ੂਆਂ ਦੇ ਵੀ ਜਜ਼ਬਾਤ ਹੁੰਦੇ ਨੇ, ਬਸ ਉਹ ਬੋਲ ਨਹੀਂ ਸਕਦੇ ਪਰ ਆਪਣੇ ਹਾਵ ਭਾਵ ਰਾਹੀਂ ਕੁਝ ਨਾ ਕੁਝ ਦਰਸਾ ਦਿੰਦੇ ਨੇ। ਸੋ ਇਸੇ ਤਰ੍ਹਾਂ ਮੰਗੋ ਨੂੰ ਵੀ ਸੋਮਾ ਤੋਂ ਜਲਨ ਹੋ ਰਹੀ ਹੈ ਕਿ ਮੈਨੂੰ ਕਿਉਂ ਨਹੀਂ ਸਭ ਕੁਝ ਉਹ ਮਿਲ ਰਿਹਾ ਜੋ ਕਿ ਸਭ ਕੁਝ ਸੋਮਾ ਨੂੰ ਦਿੱਤਾ ਜਾ ਰਿਹਾ ਹੈ। ਆਂਢ ਗੁਆਂਢ ਵਾਲਿਆਂ ਨੇ ਵੀ ਬੜੀ ਤਾਰੀਫ ਕੀਤੀ ਕਿ ਤੁਸੀਂ ਨਵੀਂ ਗਾਂ ਜਿਹੜੀ ਲਿਆਂਦੀ ਹੈ ਬਹੁਤ ਵਧੀਆ ਲੈ ਕੇ ਆਏ ਹੋ, ਬਹੁਤ ਸੋਹਣੀ ਗਾਂ ਹੈ। ਸਾਰੇ ਆ ਕੇ, ਆਂਢ ਗੁਆਂਢੀ ਵੀ ਆ ਕੇ, ਪੜੋਸੀ ਵੀ ਆ ਕੇ ਨਵੀਂ ਗਾਂ ਨੂੰ ਵੇਖਣ ਵਾਸਤੇ ਘਰ ਆ ਰਹੇ ਸਨ। ਸਾਰੇ ਸੋਮਾ ਨੂੰ ਆ ਕੇ ਪਿਆਰ ਕਰ ਰਹੇ ਸਨ, ਪੁਚਕਾਰ ਰਹੇ ਸਨ। ਇਹ ਵੇਖ ਕੇ ਮੰਗੋ ਨੂੰ ਹੋਰ ਗੁੱਸਾ, ਮੰਗੋ ਦਾ ਗੁੱਸਾ ਹੋਰ ਵੱਧਦਾ ਜਾ ਰਿਹਾ ਸੀ ਕਿ ਸਭ ਸੋਮਾ ਨੂੰ ਕਿਉਂ ਪਿਆਰ ਕਰ ਰਹੇ ਨੇ। ਅੱਜ ਤੱਕ ਤਾਂ ਸਾਰੇ ਮੈਨੂੰ ਪਿਆਰ ਕਰਦੇ ਸਨ, ਹੁਣ ਇਹ ਸੋਮਾ ਨੂੰ ਸਾਰੇ ਕਿਉਂ ਪਿਆਰ ਕਰਨ ਲੱਗ ਪਏ ਹਨ। ਪਰ ਇਹ ਸਭ ਚੀਜ਼ਾਂ ਦਾ ਜਾਂ ਪਿਆਰ ਜ਼ਿਆਦਾ ਮਿਲਣ ਦਾ ਸੋਮਾ ਉੱਤੇ ਕੋਈ ਅਸਰ ਨਹੀਂ ਹੋ ਰਿਹਾ ਸੀ। ਸੋਮਾ ਉਸ ਤਰ੍ਹਾਂ ਜਿਸ ਤਰ੍ਹਾਂ ਪਹਿਲੇ ਦਿਨ ਸ਼ਾਂਤ ਸੁਭਾਅ ਦੀ, ਉਸੇ ਤਰ੍ਹਾਂ ਹੁਣ ਤੱਕ ਵੀ ਸ਼ਾਂਤ ਸੁਭਾਅ ਦੀ ਸੀ। ਮੰਗੋ ਆਪਣੇ ਆਪ ਨੂੰ ਘਰ ਦੀ ਮਾਲਕਿਨ ਸਮਝਦੀ ਸੀ। ਉਸ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਸੀ ਕਿ ਸੋਮਾ ਸਾਡੇ ਘਰ ਵਿੱਚ ਕਿਉਂ ਆ ਗਈ ਹੈ। ਸੋ ਮੰਗੋ ਹੁਣ ਪਲੈਨਿੰਗ ਕਰਨ ਲੱਗ ਪਈ। ਆਪਣੇ ਮਨ 'ਚ ਸੋਚਦੀ ਕਿ ਹੁਣ ਜਦੋਂ ਮੇਰਾ ਦੁੱਧ ਲੈਣ ਵਾਸਤੇ ਚਿੰਤੋ ਆਏਗੀ ਤਾਂ ਮੈਂ ਉਸਨੂੰ ਲੱਤ ਮਾਰਾਂਗੀ ਜਾਂ ਦੁੱਧ ਨਹੀਂ ਦੇਵਾਂਗੀ। ਇੰਝ ਦੀ ਆਪਣੇ ਮਨ 'ਚ ਪਲੈਨਿੰਗ ਕਰਨ ਲੱਗ ਪਈ ਸੀ। ਮੰਗੋ ਫਿਰ ਬੈਠੀ ਸੋਚਦੀ ਹੈ ਕਿ ਇਹਨੂੰ ਯਾਦ ਆਉਂਦਾ ਹੈ ਕਿ ਕਿਸ ਤਰ੍ਹਾਂ ਉਸਦੇ ਜਦੋਂ ਵੱਛੀ ਹੋਈ ਸੀ, ਯਾਨੀ ਕਿ ਬਛੜੀ ਹੋਈ ਸੀ ਉਸਦੇ ਘਰ ਮੰਗੋ ਦੇ ਹੋਈ ਸੀ, ਤਾਂ ਜਿਹੜੀ ਹੁਕਮੇ ਦੀ ਪਤਨੀ ਚਿੰਤੋ ਹੈ ਉਸਨੇ ਰੋ ਕੇ ਹਾਲ ਬੇਹਾਲ ਕਰ ਲਿਆ ਸੀ ਕਿ ਬੱਚੀ ਕਿਉਂ ਪੈਦਾ ਹੋ ਗਈ। ਬੱਚਾ ਪੈਦਾ ਹੁੰਦਾ ਤਾਂ ਅਸੀਂ ਆਪਣੀ ਹੱਲ ਦੇ ਅੱਗੇ ਨੂੰ ਲਾਉਂਦੇ, ਖੇਤਾਂ 'ਚ ਸਾਡੇ ਕੰਮ ਆਉਂਦਾ। ਤੇ ਮੰਗੋ ਕਹਿ ਰਹੀ ਸੀ ਕਿ ਇਸ ਦੀ ਆਪਣੀ ਜਿਹੜੀ ਧੀ ਹੈ, ਦੇਖੋ 25 ਸਾਲ, ਮੰਗੋ ਸੋਚ ਰਹੀ ਹੈ ਕਿ ਜਿਹੜੀ ਚਿੰਤੋ ਦੀ ਬੇਟੀ ਹੈ 25 ਸਾਲ ਦੀ ਹੋ ਗਈ, ਹਜੇ ਤੱਕ ਉਹਨੇ ਘਰ ਰੱਖੀ ਹੋਈ ਹੈ, ਵਿਆਹ ਨਹੀਂ ਕੀਤਾ। ਤੇ ਜਿਹੜੀ ਮੇਰੀ ਵੱਛੀ ਪੈਦਾ ਹੋਈ ਸੀ, ਕਿਉਂਕਿ ਮੇਰੇ ਵੱਛੀ ਪੈਦਾ ਹੋ ਗਈ ਸੀ, ਇਹਨਾਂ ਨੂੰ ਬੱਚੇ ਦੀ ਇੱਛਾ ਸੀ, ਲੇਕਿਨ ਵੱਛੀ ਪੈਦਾ ਹੋਣ ਕਰਕੇ ਇਹਨਾਂ ਨੇ ਜਿਹੜੀ ਮੇਰੀ ਵੱਛੀ ਸੀ ਚਿੰਤੋ ਨੇ ਆਪਣੀ ਭੈਣ ਨੂੰ ਦੇ ਦਿੱਤੀ ਸੀ। ਫਿਰ ਮੰਗੋ ਸੋਚਦੀ ਹੈ ਕਿ ਉਸ ਦਾ ਜਦੋਂ ਬਛੜਾ ਪੈਦਾ ਹੋਇਆ ਸੀ ਤਾਂ ਅਜੇ 10 ਮਹੀਨੇ ਦਾ ਹੀ ਸੀ ਤੇ ਇਹਨਾਂ ਨੇ ਮੇਰੇ ਵੱਛੜੇ ਨੂੰ ਜਾ ਕੇ ਮੰਡੀ ਵਿੱਚ ਵੇਚ ਦਿੱਤਾ। ਔਰ ਚਿੰਤੋ ਆਪਣੀ ਦਾ ਜਿਹੜਾ ਬੇਟਾ ਹੈ ਉਹ ਜਦੋਂ ਘਰੋਂ ਭੱਜ ਕੇ ਫੌਜ ਵਿੱਚ ਭਰਤੀ ਹੋਣ ਉਸੇ ਚਲੇ ਗਿਆ ਤੇ ਚਿੰਤੋ ਬਹੁਤ ਜ਼ਿਆਦਾ ਘਰ ਵਿੱਚ ਡਾਢਾ ਮਾਰ ਕੇ ਉੱਚੀ ਰੋਈ ਸੀ। ਮੰਗੋ ਇਹ ਸਭ ਸੋਚ ਰਹੀ ਹੈ ਕਿ ਜਿਸ ਤਰ੍ਹਾਂ ਮੇਰੇ ਮਾਲਕਿਨ ਹੈ, ਉਹ ਘਰ ਮੇਰੀ ਮਾਲਕਿਨ ਆਪਣੀ ਬੇਟੇ ਵਾਸਤੇ ਤੇ ਉਸਦੇ ਪਿਆਰ ਵੱਖਰਾ ਹੈ, ਵਿਵਹਾਰ ਵੱਖਰਾ ਹੈ, ਲੇਕਿਨ ਅਸੀਂ ਜਾਨਵਰ ਅਤੇ ਇਸ ਕਰਕੇ ਸਾਡੇ ਬੱਚਿਆਂ ਨਾਲ ਇਹ ਵੱਖਰਾ ਵਿਵਹਾਰ ਕਿਉਂ ਕਰਦੀ ਹੈ। ਇਹ ਸਭ ਮੰਗੋ ਦੇ ਜਜ਼ਬਾਤ ਨੇ, ਮੰਗੋ ਸੋਚ ਰਹੀ ਹੈ। ਉਹ ਸਭ ਇਸ ਕਹਾਣੀਕਾਰ ਨੇ ਕਹਾਣੀ ਵਿੱਚ ਜੋ ਹੈ ਪੇਸ਼ ਕੀਤਾ ਹੈ ਕਿ ਕਿਸ ਤਰ੍ਹਾਂ ਉਹ ਸੋਚ ਰਹੀ ਹੈ। ਸੋ ਇਹ ਹੁਣ ਅਗਲੇ ਦਿਨ ਜਦੋਂ ਚਿੰਤੋ ਜਿਹੜੀ ਹੈ
ਸਵੇਰੇ ਉੱਠ ਕੇ ਮੰਗੋ ਦਾ ਦੁੱਧ ਕੱਢਣ ਆਈ, ਮੰਗੋ ਦੀ ਧਾਰ ਚੋਣ ਆਈ ਤਾਂ ਮੰਗੋ ਇੱਕਦਮ ਅਲਰਟ ਹੋ ਕੇ ਬਿਲਕੁਲ ਖੜੀ ਹੋ ਗਈ ਕਿ ਮੈਂ ਇਸ ਨੂੰ ਦੁੱਧ ਨਹੀਂ ਦੇਣਾ। ਜਿਉਂ ਹੀ ਚਿੰਤੋ ਨੇ ਦੁੱਧ ਉਸਦਾ ਲੈਣ ਦੀ ਕੋਸ਼ਿਸ਼ ਕੀਤੀ ਮੰਗੋ ਦੀ, ਹਾਲਾਂਕਿ ਮੰਗੋ ਦੇ ਥਣਾ ਵਿੱਚ ਦੁੱਧ ਆਇਆ ਹੋਇਆ ਸੀ ਪਰ ਉਸਨੇ ਦੁੱਧ ਸਾਰਾ ਉੱਪਰ ਨੂੰ ਚੜਾ ਲਿਆ ਤੇ ਚਿੰਤੋ ਨੂੰ ਦੁੱਧ ਜ਼ਰਾ ਵੀ ਲੈਣ ਨਹੀਂ ਦਿੱਤਾ। ਇਹ ਦੇਖ ਕੇ ਚਿੰਤੋ ਨੂੰ ਬਹੁਤ ਗੁੱਸਾ ਲੱਗਾ। ਚਿੰਤੋ ਨੇ ਉਸ ਨੂੰ ਡੰਡਾ ਮਾਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਫਟਾਫਟ ਜਿਹੜੀ ਮੰਗੋ ਸੀ ਇੱਕ ਪਾਸੇ ਨੂੰ ਤਰਬਕ ਕੇ ਹੋ ਗਈ। ਪਰ ਜਿਹੜੀ ਚਿੰਤੋ ਸੀ ਉਸ ਨੂੰ ਬੁਰਾ ਭਲਾ ਕਹਿ ਕੇ ਚਲੇ ਗਈ ਕਿ ਇਹ ਖੇਖਣ ਕਰਦੀ ਹੈ, ਹੁਣ ਡਰਾਮੇ ਕਰਨ ਲੱਗ ਪਈ ਹੈ। ਕੌਣ ਡਰਾਮੇ ਕਰਨ ਲੱਗ ਪਈ ਹੈ? ਮੰਗੋ ਜਿਹੜੀ ਗਾਂ ਹੈ ਉਹ ਡਰਾਮੇ। ਫਿਰ ਚਿੰਤੋ ਨੇ ਆਪਣੇ ਪਤੀ ਹੁਕਮੇ ਨਾਲ ਗੱਲ ਕੀਤੀ ਕਿ ਮੰਗੋ ਜਿਹੜੀ ਹੈ ਦੁੱਧ ਨਹੀਂ ਦੇ ਰਹੀ, ਤਾਂ ਦੋਵਾਂ ਪਤੀ ਪਤਨੀ ਨੇ ਸੋਚ ਕੇ ਮੰਗੋ ਦੇ ਨਿਆਣਾ ਪਵਾ ਦਿੱਤਾ। ਨਿਆਣਾ ਪਾਉਣਾ ਸਭ ਨੂੰ ਪਤਾ ਹੀ ਹੋਏਗਾ ਕਿ ਨਿਆਣਾ ਪਾਉਣਾ ਕੀ ਹੁੰਦਾ ਹੈ ਕਿ ਗਾਂ ਪਸ਼ੂ ਦੇ ਲੱਤਾਂ ਨੂੰ ਰੱਸੀ ਜਿਹੜੀ ਕਿ ਬੰਨ੍ਹ ਦਿੱਤੀ ਜਾਂਦੀ ਹੈ ਤਾਂ ਜੋ ਉਹ ਇੱਕ ਪਾਸੇ ਇੱਕ ਆਰਾਮ ਜਗ੍ਹਾ ਤੇ ਖਲੋਤਾ ਰਹਿ ਸਕੇ। ਤੇ ਮੰਗੋ ਦੀ ਲੱਤਾਂ ਨੂੰ ਨਿਆਣਾ ਪਵਾ ਦਿੱਤਾ, ਰੱਸੀ ਬੰਨ੍ਹ ਦਿੱਤੀ ਗਈ ਤਾਂ ਜੋ ਉਹ ਕਿ ਦੁੱਧ ਲੈ ਸਕਣ, ਉਸਦਾ ਦੁੱਧ ਕੱਢ ਸਕਣ। ਲੇਕਿਨ ਫਿਰ ਵੀ ਮੰਗੋ ਨੇ ਦੁੱਧ ਨਹੀਂ ਲੈਣ ਦਿੱਤਾ। ਇਹ ਵੇਖ ਕੇ ਚਿੰਤੋ ਨੂੰ ਬਹੁਤ ਬੁਰਾ ਲੱਗਦਾ ਹੈ। ਚਿੰਤੋ ਉਸ ਨੂੰ ਬਹੁਤ ਬੁਰਾ ਭਲਾ ਕਹਿੰਦੀ, ਲੇਕਿਨ ਮੰਗੋ ਖੁਸ਼ ਹੈ ਕਿ ਉਹ ਆਪਣੇ ਇਸ ਤਰ੍ਹਾਂ ਰੋਜ਼ ਹੀ ਇਹੀ ਕ੍ਰਮ ਚੱਲਦਾ ਰਿਹਾ। ਕਦੀ ਨਿਆਣਾ ਪਵਾ ਕੇ, ਕਦੀ ਯਾਨੀ ਕਿ ਰੱਸੀ ਬੰਨ੍ਹ ਕੇ, ਕਦੀ ਰੱਸੀ ਤੋਂ ਬਿਨਾਂ ਮੰਗੋ ਦਾ ਦੁੱਧ ਕੱਢਿਆ ਜਾਂਦਾ। ਕਦੀ ਥੋੜ੍ਹਾ ਜਿਹਾ ਦਿੰਦੀ, ਕਦੀ ਨਹੀਂ ਵੀ ਦਿੰਦੀ। ਪਰ ਸਾਰੇ ਪਰਿਵਾਰ ਦਾ ਨਾ ਹੁਣ ਮੰਗੋ ਵੱਲੋਂ ਧਿਆਨ ਹਟਦਾ ਜਾ ਰਿਹਾ ਸੀ। ਔਰ ਧਿਆਨ ਕਿਸ ਵੱਲ ਸੀ? ਸਭ ਦਾ ਹੁਣ ਸੋਮਾ ਵੱਲ ਧਿਆਨ ਸੀ, ਕਿਉਂਕਿ ਸੋਮੋ ਦੇ ਬੱਚਾ ਪੈਦਾ ਹੋਣ ਵਾਲਾ ਸੀ। ਇਸ ਕਰਕੇ ਸਭ ਦਾ ਧਿਆਨ ਸੋਮਾ ਵੱਲ ਲੱਗਾ ਹੋਇਆ ਸੀ। ਸਾਰੇ ਮੰਗੋ ਦਾ ਖਹਿੜਾ ਹੀ ਛੱਡਣਾ ਚਾਹ ਰਹੇ ਸਨ ਕਿ ਮੰਗੋ ਨੂੰ ਕੋਈ ਪੁੱਛੇ ਹੀ ਨਾ। ਇਹ ਵੇਖ ਕੇ ਮੰਗੋ ਨੂੰ ਹੋਰ ਜਿਹੜੀ ਕਿ ਨਫ਼ਰਤ ਵੱਧਦੀ ਜਾ ਰਹੀ ਸੀ ਸੋਮਾ ਵਾਸਤੇ। ਉਹ ਸੋਮਾ ਨੂੰ ਕਦੀ ਗੁੱਸੇ ਨਾਲ ਵੇਖਦੀ, ਕਦੀ ਉਹਨੂੰ ਉੱਚੀ ਆਵਾਜ਼ ਕੱਢ ਕੇ ਡਰਾਉਂਦੀ, ਬਹੁਤ ਕੁਝ ਕਰ ਰਹੀ ਸੀ, ਪਰੇਸ਼ਾਨ ਕਰਦੀ ਸੀ। ਕਦੀ ਸੋਮਾ ਦੇ ਅੱਗੇ ਜਿਹੜਾ ਰੱਖਿਆ ਖਾਣਾ ਹੁੰਦਾ ਸੀ ਜਾਂ ਉਹਦਾ ਚਾਰਾ ਜਿਹੜਾ ਹੁੰਦਾ ਸੀ ਮੰਗੋ ਆਪ ਸਾਰਾ ਖਾ ਜਾਂਦੀ। ਸੋਮਾ ਦੇ ਅੱਗੇ ਜਿਹੜੀ ਪਾਣੀ ਦੀ ਬਾਲਟੀ ਰੱਖੀ ਹੁੰਦੀ ਸੀ ਪੀਣ ਵਾਸਤੇ, ਮੰਗੋ ਉਸ ਦਾ ਪਾਣੀ ਸਾਰਾ ਰੋੜ ਦਿੰਦੀ ਜਾਂ ਖੁਦ ਆਪ ਪੀ ਜਾਂਦੀ। ਲੇਕਿਨ ਸੋਮਾ ਸ਼ਾਂਤ ਸੁਭਾਅ ਦੀ ਗਾਂ ਸੀ, ਉਸੇ ਤਰ੍ਹਾਂ ਹੀ ਖੜੀ ਰਹਿੰਦੀ, ਚੁੱਪਚਾਪ ਸਭ ਦੇਖਦੀ ਰਹਿੰਦੀ। ਲੇਕਿਨ ਕੁਝ ਵੀ ਅੱਗੋਂ ਮੰਗੋ ਦਾ ਜਿਹੜਾ ਸੀ ਕਿ ਉਹ ਵਿਰੋਧ ਨਹੀਂ। ਇੱਕ ਦਿਨ ਚਿੰਤੋ ਨੇ ਫਿਰ ਕੋਸ਼ਿਸ਼ ਕੀਤੀ ਕਿ ਮੰਗੋ ਨੂੰ ਪਿਆਰ ਅਤੇ ਪੁਚਕਾਰਿਆ ਜਾਵੇ ਵੀ। ਸੋ ਚਿੰਤੋ ਦੁੱਧ ਲੈਣ ਆਈ। ਜਦੋਂ ਮੰਗੋ ਦੀ ਧਾਰ ਕੱਢਣ ਲੱਗੀ ਤਾਂ ਉਸਨੇ ਬੜਾ ਮੰਗੋ ਨੂੰ ਪਿਆਰ ਕੀਤਾ, ਲੇਕਿਨ ਮੰਗੋ ਵੀ ਬੜੀ ਚਲਾਕ ਸੀ। ਜਿਉਂ ਹੀ ਪਹਿਲਾਂ ਤਾਂ ਜਦੋਂ ਚਿੰਤੋ ਨੂੰ ਪਿਆਰ ਕਰ ਰਹੀ ਸੀ ਤਦ ਤੱਕ ਤਾਂ ਆਰਾਮ ਨਾਲ ਖੜੀ ਰਹਿੰਦੀ ਹੈ। ਫਿਰ ਜੋ ਹੀ ਉਸ ਧਾਰ ਕੱਢਣ ਲੱਗੀ, ਦੁੱਧ ਚੋਣ ਲੱਗੀ ਮੰਗੋ ਦਾ, ਤੇ ਮੰਗੋ ਨੇ ਪਿਛਲੀਆਂ ਲੱਤਾਂ ਛੜਪ ਕਰਕੇ ਮਾਰੀਆਂ ਤੇ ਉਹਦੇ ਚਿੰਤੋ ਦੇ ਮੂੰਹ ਤੇ ਜਾ ਕੇ ਵੱਜੀਆਂ। ਚਿੰਤੋ ਹਾਏ ਹਾਏ ਕਰਦੀ ਉੱਠ ਗਈ ਤੇ ਉਸਨੂੰ ਡੰਡੇ ਨਾਲ ਕਾਫੀ ਕੁੱਟਣ ਲੱਗ ਪਈ। ਸੋ ਦੋਵਾਂ ਪਤੀ ਪਤਨੀ ਨੇ ਦੇਖਿਆ ਕਿ ਜਿਹੜੀ ਮੰਗੋ ਹੈ ਗਾਂ ਬਹੁਤ ਜ਼ਿੱਦੀ ਹੋ ਰਹੀ ਜਾ ਰਹੀ ਹੈ, ਤੇ ਉਹਨਾਂ ਸੋਚਿਆ ਕਿ ਇਸ ਨੂੰ ਨਾ ਹੁਣ ਘਰ ਵਿੱਚ ਨਾ ਰੱਖਿਆ ਜਾਏ, ਬਾਹਰ ਸਾਰਾ ਦਿਨ ਰੱਖਿਆ ਜਾਏ ਤੇ ਸ਼ਾਮੀ ਇਸ ਨੂੰ ਘਰ ਲਿਆਇਆ ਜਾਏ। ਸੋ ਮੰਗੋ ਨੂੰ ਜੂੜ ਪਾ ਕੇ ਯਾਨੀ ਕਿ ਉਹਦੀਆਂ ਲੱਤਾਂ ਤੇ ਮੂੰਹ ਨੂੰ ਚੰਗੀ ਤਰ੍ਹਾਂ ਰੱਸੀ ਨਾਲ ਬੰਨ੍ਹ ਕੇ ਉਸ ਨੂੰ ਬਾਹਰ ਰੱਖਿਆ ਜਾਂਦਾ, ਫਿਰ ਘਰ ਲਿਆਇਆ ਜਾਂਦਾ ਸ਼ਾਮ ਨੂੰ। ਇਹ ਸਭ ਗੱਲਾਂ ਤੋਂ ਮੰਗੋ ਹੋਰ ਗੁੱਸਾ ਹੋਈ ਜਾਂਦਾ। ਉਸ ਨੂੰ ਲੱਗਦਾ ਸੀ ਕਿ ਇਸ ਸਭ ਦੇ ਪਿੱਛੇ ਕੌਣ ਜ਼ਿੰਮੇਵਾਰ ਹੈ? ਸੋਮਾ, ਜਦਕਿ ਸੋਮਾ ਤਾਂ ਕੁਝ ਕਰ ਹੀ ਨਹੀਂ ਰਹੀ ਸੀ। ਇਹ ਤਾਂ ਮੰਗੋ ਦਾ ਆਪਣਾ ਜਿਹੜਾ ਵਰਤਾਵ ਸੀ ਖਰਾਬ ਹੁੰਦਾ ਜਾ ਰਿਹਾ ਸੀ। ਇਸ ਕਰਕੇ ਘਰ ਦੇ ਉਸ ਨਾਲ ਸਖਤੀ ਜਿਹੜੀ ਕਿ ਕਰ ਰਹੇ ਸਨ। ਅਖੀਰ ਜਦੋਂ ਸਭ ਘਰਦਿਆਂ ਨੇ ਦੇਖਿਆ ਕਿ ਮੰਗੋ ਬਿਲਕੁਲ ਹੀ ਹੁਣ ਬਾਹਰ ਹੋਈ ਜਾ ਰਹੀ ਹੈ, ਮੰਗੋ ਬਿਲਕੁਲ ਹੀ ਗੁੱਸੇਖੋਰ ਹੋਈ ਜਾ ਰਹੀ ਹੈ ਜਾਂ ਸੋਮਾ ਨੂੰ ਬਹੁਤ ਪਰੇਸ਼ਾਨ ਆ ਰਹੀ, ਤਾਂ ਸਭ ਨੇ ਮੰਗੋ ਵੱਲੋਂ ਆਪਣਾ ਧਿਆਨ ਹੀ ਜਿਹੜਾ ਕਿ ਹਟਾ। ਫਿਰ ਸੋਮਾ ਦਾ ਬਛੜਾ ਪੈਦਾ ਹੋ ਗਿਆ ਤਾਂ ਸਾਰੇ ਘਰਦਿਆਂ ਨੇ ਬਹੁਤ ਖੁਸ਼ੀ ਮਨਾਈ ਕਿ ਸੋਮਾ ਦੇ ਬਛੜਾ ਪੈਦਾ ਹੋ ਗਿਆ। ਸੋਮਾ ਨੂੰ ਚੰਗੀ ਖੁਰਾਕ ਦਿੱਤੀ ਜਾਣ ਲੱਗੀ। ਉਸ ਨੂੰ ਦੁੱਧ, ਘਿਓ ਜਾਂ ਜੋ ਵੀ ਉਸਨੂੰ ਦੇਣਾ ਸੀ, ਚੰਗਾ ਚਾਰਾ ਉਹਨੂੰ ਦਿੱਤਾ ਜਾ ਰਿਹਾ ਸੀ। ਉਹਨੂੰ ਪੀੜੀ ਦਿੱਤੀ ਜਾ ਰਹੀ ਸੀ ਸੋਮਾ ਨੂੰ। ਇਹ ਸਭ ਵੇਖ ਕੇ ਮੰਗੋ ਨੂੰ ਹੋਰ ਗੁੱਸਾ ਚੜ੍ਹਦਾ ਸੀ ਵੀ ਕਿਉਂ ਦਿੱਤਾ ਜਾ ਰਿਹਾ ਹੈ। ਉਹ ਮੰਗੋ ਜਿਹੜੀ ਸੀ ਸੋਮਾ ਦਾ ਸਾਰਾ ਚਾਰਾ ਚਟਮ ਕਰ ਜਾਂਦੀ ਸੀ, ਪਰ ਸੋਮਾ ਫਿਰ ਵੀ ਸ਼ਾਂਤ ਰਹਿੰਦੀ ਸੀ। ਸੋਮਾ ਉਲਟਾ ਹੁਣ ਮੰਗੋ ਤੋਂ ਹੋਰ ਡਰਨ ਲੱਗ ਪਈ ਸੀ, ਸਹਿਮੀ ਰਹਿੰਦੀ ਸੀ। ਜਦੋਂ ਦੋਵੇਂ ਗਾਈਆਂ ਘਰ ਤੇ ਜਿੱਥੇ ਇਕੱਠੇ ਖੜੀਆਂ ਹੁੰਦੀਆਂ ਸੀ ਤਾਂ ਸੋਮੋ ਹਮੇਸ਼ਾ ਪਿੱਛੇ ਰਹਿੰਦੀ ਸੀ ਮੰਗੋ ਤੋਂ। ਮੰਗੋ ਨੂੰ ਲੱਗਦਾ ਸੀ ਕਿ ਸੋਮਾ ਜਿਹੜੀ ਹੈ ਡਰਾਮੇ ਕਰ ਰਹੀ ਹੈ, ਝੂਠਾ ਨਾਟਕ ਕਰ ਰਹੀ ਹੈ, ਘਰਦਿਆਂ ਦਾ ਪਿਆਰ ਲੈਣ ਵਾਸਤੇ ਇੰਝ ਕਰਦੀ, ਜਦਕਿ ਸੋਮਾ ਦਾ ਜਿਹੜਾ ਸੁਭਾਅ ਹੀ ਇਸ ਤਰ੍ਹਾਂ ਦਾ ਸੀ। ਉਹ ਸ਼ਾਂਤ ਰਹਿਣ ਵਾਲੀ ਗਾਂ ਸੀ। ਫਿਰ ਇੱਕ ਰਾਤ ਨੂੰ ਕੀ ਹੋਇਆ ਕਿ ਮੰਗੋ ਦੇ ਮਨ 'ਚ ਜਿਹੜਾ ਗੁੱਸਾ ਸੀ ਬਹੁਤ ਵੱਧ ਗਿਆ। ਜਿਸ ਤਰ੍ਹਾਂ ਇਨਸਾਨਾਂ ਵਾਸਤੇ ਗੁੱਸਾ ਬਹੁਤ ਖਰਾਬ ਹੁੰਦਾ, ਉਸੇ ਤਰ੍ਹਾਂ ਜਾਨਵਰਾਂ ਲਈ ਵੀ ਗੁੱਸਾ ਬਹੁਤ ਖਰਾਬ ਹੁੰਦਾ ਹੈ। ਮੰਗੋ ਨੇ ਇੱਕ ਦਿਨ ਗੁੱਸੇ ਵਿੱਚ ਆ ਕੇ ਜ਼ੋਰ ਦੀ ਅੜਿੰਗੀ, ਯਾਨੀ ਕਿ ਜ਼ੋਰ ਦੀ ਆਵਾਜ਼ਾਂ ਕੱਢੀਆਂ। ਜਿਹੜੀ ਸੋਮਾ ਸੀ, ਇੰਨੀ ਉਸਦੇ ਮਨ ਵਿੱਚ ਦਹਿਸ਼ਤ ਹੋ ਗਈ, ਇੰਨਾ ਡਰ ਬੈਠ ਗਿਆ ਕਿ ਉਸ ਰਾਤੀ ਰਾਤ ਨੂੰ ਤੜਮ ਕਰਕੇ ਜਿਹੜੀ ਸੋਮਾ ਸੀ ਥੱਲੇ ਡਿੱਗ ਪਈ। ਮੰਗੋ ਨੂੰ ਲੱਗਾ ਕਿ ਇਹ ਸੋਮਾ ਜਿਹੜੀ ਡਰਾਮੇ ਕਰਦੀ ਪਈ, ਖੇਖਣ ਕਰਦੀ ਪਈ ਹੈ। ਪਰ ਜਦੋਂ ਹੁਕਮੇ ਤੇ ਉਸਦੀ ਪਤਨੀ ਚਿੰਤੋ ਨੇ ਆ ਕੇ ਦੇਖਿਆ, ਸੋਮਾ ਨੂੰ ਵੇਖਿਆ ਤਾਂ ਸੋਮਾ
ਜਾ ਚੁੱਕੀ ਸੀ, ਯਾਨੀ ਕਿ ਸੋਮਾ ਮਰ ਚੁੱਕੀ ਸੀ, ਸੋਮਾ ਦੀ ਮੌਤ ਹੋ ਚੁੱਕੀ ਸੀ। ਮੰਗੋ ਨੇ ਜਦ ਵੇਖਿਆ, ਪਹਿਲਾਂ ਤਾਂ ਮੰਗੋ ਨੂੰ ਖੁਸ਼ੀ ਹੋਈ ਕਿ ਚੰਗਾ ਹੋਇਆ ਸੋਮਾ ਮਰ ਗਈ ਹੈ, ਪਰ ਜਦੋਂ ਉਸਨੇ ਦੇਖਿਆ ਕਿ ਸੋਮਾ ਦਾ ਛੋਟਾ ਜਿਹਾ ਪਿਆਰਾ ਜਿਹਾ ਬਛੜਾ ਜਿਹੜਾ ਹੈ ਉਹ ਆਪਣੀ ਮਾਂ ਨੂੰ ਮਰੀ ਵੇਖ ਕੇ ਉਸਦੇ ਦਿਲ ਨੂੰ ਕੀ ਹੋ ਰਿਹਾ ਹੋਏਗਾ, ਉਸ ਥੋੜਾ ਵਿਚਾਰਾ ਬਿਲਕੁਲ ਇਸ ਤਰ੍ਹਾਂ ਕੁਮਲਾ ਜਿਹਾ ਗਿਆ ਹੈ। ਤਾਂ ਮੰਗੋ ਫਿਰ ਆਪਣੇ ਅੰਦਰ ਹੀ ਪਛਤਾਵਾ ਕਰਨ ਲੱਗ ਪਈ ਕਿ ਉਸਨੇ ਜਲਨ ਅਤੇ ਈਰਖਾ ਤੇ ਨਫ਼ਰਤ ਦੇ ਵਿੱਚ ਆ ਕੇ ਕੀ ਕਰ ਦਿੱਤਾ ਹੈ। ਉਸਨੇ ਕਿੰਨਾ ਜ਼ਿਆਦਾ ਸੋਮਾ ਨੂੰ ਪਰੇਸ਼ਾਨ ਕਰ ਦਿੱਤਾ, ਸੋਮਾ ਨੂੰ ਕਿੰਨਾ ਡਰਾ ਦਿੱਤਾ ਕਿ ਸੋਮਾ ਜਿਹੜੀ ਕੀ ਹੈ ਮਾਰੀ ਗਈ ਹੈ। ਫਿਰ ਮੰਗੋ ਸੋਮਾ ਦੇ ਬਛੜੇ ਦੇ ਸਿਰ ਉੱਤੇ ਆਪਣੀ ਧੌਣ ਸੁੱਟ ਕੇ ਉੱਚੀ ਉੱਚੀ ਰੋਣ ਲੱਗ ਪਈ, ਉਸਦੇ ਅਥਰੂ ਨਿਕਲ ਆ ਗਏ, ਰਿੰਗਣ ਲੱਗ ਪਈ, ਮਾਫੀ ਮੰਗਣ ਲੱਗ ਗਈ ਉਸਦੇ ਬੇਟੇ ਕੋਲੋਂ ਕਿ ਮੈਂ ਤੇਰੀ ਮਾਂ ਨੂੰ ਮਾਰਿਆ ਹੈ, ਮੈਂ ਜ਼ਾਲਿਮ ਹਾਂ, ਮੈਂ ਗਲਤ ਹਾਂ, ਤੇਰੀ ਮਾਂ ਬਿਲਕੁਲ ਸਹੀ ਸੀ, ਤੇਰੀ ਮਾਂ ਬਹੁਤ ਚੰਗੀ ਸੀ, ਤੇਰੀ ਮਾਂ ਨੂੰ ਮੈਂ ਮਾਰਿਆ, ਤੇਰੀ ਮਾਂ ਤੋਂ ਮੈਂ ਅਲੱਗ ਕੀਤਾ ਹੈ। ਅਖੀਰ ਮੰਗੋ ਦਾ ਮਨ ਜਿਹੜਾ ਸੀ ਬਹੁਤ ਹੀ ਪਛਤਾਵੇ ਨਾਲ ਭਰ ਗਿਆ। ਸੋ ਇਹ ਸੀ ਕਹਾਣੀ ਮੰਗੋ ਸੰਤੋਖ ਸਿੰਘ ਧੀਰ ਦੀ ਲਿਖੀ ਹੋਈ। ਇਨਸਾਨਾਂ ਦੇ ਜਜ਼ਬਾਤ ਕਿਸ ਤਰ੍ਹਾਂ, ਪਸ਼ੂਆਂ ਦੇ ਜਜ਼ਬਾਤ ਕਿਸ ਤਰ੍ਹਾਂ ਆਪਣੇ ਹਾਵ ਭਾਵ ਰਾਹੀਂ ਦਰਸਾਉਂਦੇ ਹਨ, ਉਸ 'ਤੇ ਇੱਕ ਕਹਾਣੀ ਸੀ। ਉਮੀਦ ਕਰ ਰਹੀ ਹਾਂ ਤੁਹਾਨੂੰ ਇਹ ਕਹਾਣੀ ਸਾਰੀ ਸਮਝ ਆ ਗਈ ਹੋਏਗੀ, ਮੰਗੋ ਅਤੇ ਸੋਮਾ ਦੀ ਮਾਨਸਿਕਤਾ ਵੀ ਸਮਝ ਆ ਗਈ ਹੋਏਗੀ। ਪਰ ਫਿਰ ਵੀ ਜੇ ਕੋਈ ਚੀਜ਼ ਰਹਿ ਗਈ, ਨਹੀਂ ਸਮਝ ਆਈ, ਤੁਸੀਂ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ, ਮੈਂ ਉਸਨੂੰ ਦੁਬਾਰਾ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੀ। ਸੋ ਇਸ ਨੂੰ ਘਰ ਵਿੱਚ ਬੈਠ ਕੇ ਇਸ ਨੂੰ ਇੱਕ ਵਾਰ ਤੁਸੀਂ ਖੁਦ ਵੀ ਰਿਵਾਈਜ਼ ਕਰੋ, ਪੜ੍ਹਨ ਦੀ ਕੋਸ਼ਿਸ਼ ਕਰੋ। ਸੋ ਧੰਨਵਾਦ।